सत श्री अकाल जी। द खालस टीवी देखने वाले देश दुनिया के साढ़े सारे दर्शकों का बहुत बहुत स्वागत है। एमरजेंसी बुलेटिन के नाल मैं हरशरण कौर। ਐਤਵਾਰ ਦੇ ਐਮਰਜੈਂਸੀ ਬੁਲੇਟਿਨ ਦੇ ਵਿੱਚ ਸਾਨੂੰ ਪੰਜਾਬ ਸਮੇਤ ਦੁਨੀਆ ਭਰ ਦੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਦੱਸਾਂਗੇ। ਸਭ ਤੋਂ ਪਹਿਲਾਂ ਸ਼ੁਰੂਆਤ ਪੰਜਾਬ ਤੋਂ ਕਰਾਂਗੇ ਤੇ ਪੰਜਾਬ ਦੀਆਂ ਖਬਰਾਂ ਵਿੱਚ ਸਭ ਤੋਂ ਵੱਡੀ ਖਬਰ ਇਹੀ ਹੈ ਜੋ ਆਮ ਲੋਕਾਂ ਦੇ ਨਾਲ ਜੁੜੀ ਹੋਈ ਹੈ, ਸਾਡੇ ਸਭ ਦੇ ਨਾਲ ਜੁੜੀ ਹੋਈ ਹੈ ਕਿ ਪੰਜਾਬ ਦੇ ਵਿੱਚ ਬਿਜਲੀ ਦੇ ਲੰਬੇ ਲਗਾਤਾਰ ਕੱਟ ਲੱਗ ਰਹੇ ਨੇ। 8-8 ਘੰਟੇ ਬਿਜਲੀ ਜਾ ਰਹੀ ਹੈ। ਖਾਸ ਕਰਕੇ ਮਾਲਵਾ ਇਲਾਕੇ ਦੇ ਵਿੱਚ ਤਾਂ ਕਈ ਜਿਹੜੇ ਖੇਤਰ ਹੈਗੇ ਨੇ ਉਹਨਾਂ ਤੋਂ ਸਾਡੀ ਖੁਦ ਦੀ ਜਾਣਕਾਰੀ ਦੇ ਮੁਤਾਬਿਕ ਜਿਹਨੂੰ ਅਸੀਂ ਖੁਦ ਵੀ ਚੱਲ ਰਹੇ ਹਾਂ, ਮਾਨਸਾ, ਬਠਿੰਡਾ, ਸੰਗਰੂਰ, ਸੁਨਾਮ, ਇਹਨਾਂ ਸਾਰੇ ਇਲਾਕਿਆਂ ਦੇ ਵਿੱਚ 8-8 ਘੰਟੇ ਬਿਜਲੀ ਦੇ ਕੱਟ ਲੱਗ ਰਹੇ ਨੇ। ਸਵੇਰੇ 10 ਵਜੇ ਬਿਜਲੀ ਚਲੇ ਜਾਂਦੀ ਹੈ ਤੇ ਸ਼ਾਮ ਨੂੰ 6 ਵਜੇ ਤੱਕ ਆਉਂਦੀ ਹੈ। ਤੇ ਐਤਵਾਰ ਨੂੰ ਤਾਂ ਬਿਜਲੀ ਸਵੇਰੇ 9 ਵਜੇ ਹੀ ਕੱਟ ਦਿੱਤੀ ਗਈ ਸੀ ਤੇ ਸ਼ਾਮ ਨੂੰ 6 ਵਜੇ ਤੱਕ ਵੀ ਲੋਕ ਉਡੀਕ ਰਹੇ ਸੀ ਕਿ ਕਦੋਂ ਲਾਈਟ ਆਊਗੀ ਤੇ ਕਦੋਂ ਸੁੱਖ ਦਾ ਸਾਹ ਆਊਗਾ। ਤੇ ਉੱਤੋਂ ਲੂਆਂ ਚੱਲਣ ਲੱਗ ਪਈਆਂ ਨੇ। ਖਾਸ ਕਰਕੇ ਮਾਲਵੇ ਦੇ ਵਿੱਚ ਲੂਆਂ ਚੱਲਦੀਆਂ ਨੇ, ਗਰਮ ਹਵਾਵਾਂ ਚੱਲ ਰਹੀਆਂ ਨੇ। ਮੌਸਮ ਵਿਭਾਗ ਨੇ ਬਹੁਤ ਜ਼ਰੂਰੀ ਨਾ ਹੋਣ ਤੇ ਘਰੋਂ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਹਾਲਾਂਕਿ ਲੋਕ ਵਿਚਾਰੇ ਇਹੀ ਕਹਿੰਦੇ ਨੇ ਕਿ ਜਦੋਂ ਵਾਢੀ ਦਾ ਸੀਜ਼ਨ ਹੁੰਦਾ ਹੈ ਉਦੋਂ ਸੁਰੱਖਿਆ ਦੇ ਲਿਹਾਜ਼ ਦੇ ਨਾਲ ਬਿਜਲੀ ਕੱਟ ਦਿੱਤੀ ਜਾਂਦੀ ਹੈ ਤਾਂ ਕਿ ਸ਼ਾਰਟ ਸਰਕਟ ਹੋ ਕੇ ਕਿਸਾਨਾਂ ਦੀ ਜਿਹੜੀ ਕਣਕ ਹੈ ਉਹ ਕਿਤੇ ਮੱਚ ਸੜ ਨਾ ਜਾਵੇ, ਕਿਉਂਕਿ ਕਣਕਾਂ ਦੇ ਸੜਨ ਦੀਆਂ ਘਟਨਾਵਾਂ ਨੇ ਜਿਹੜੀਆਂ ਆਉਣੀਆਂ ਸ਼ੁਰੂ ਵੀ ਹੋ ਗਈਆਂ ਨੇ। ਤੇ ਐਤਕੀ ਇੰਨੀ ਗਰਮੀ ਇਸ ਮੌਸਮ ਦੇ ਵਿੱਚ ਕਈ ਦਹਾਕੇ ਪਹਿਲਾਂ ਤੱਕ ਵੀ ਨਹੀਂ ਸੀ ਪਈ ਜਿੰਨੀ ਐਤਕੀ ਪੈ ਰਹੀ ਹੈ। ਸੋ ਬਿਜਲੀ ਦੇ ਕੱਟ ਤਾਂ ਹੁਣ ਸਹਾਰਨੇ ਹੀ ਪੈਣਗੇ। ਜਿਨ੍ਹਾਂ ਲੋਕਾਂ ਦੇ ਕੋਲ ਨਾ ਇਨਵਰਟਰ ਦਾ ਪ੍ਰਬੰਧ ਹੈ, ਨਾ ਹੀ ਜਨਰੇਟਰ ਦਾ ਪ੍ਰਬੰਧ ਹੈ, ਉਹ ਨਾ ਤਾਂ ਬਾਹਰ ਰੁੱਖਾਂ ਦੇ ਥੱਲੇ ਬਹਿ ਸਕਦੇ ਨੇ ਕਿਉਂਕਿ ਲੂਆਂ ਬਹੁਤ ਚੱਲ ਰਹੀਆਂ ਨੇ। ਘਰਾਂ ਦੇ ਅੰਦਰ ਬਹਿੰਦੇ ਨੇ ਤਾਂ ਪਸੀਨੋ ਪਸੀਨੀ ਹੋਏ ਰਹਿੰਦੇ ਨੇ। ਸੋ ਇਹੋ ਜਿਹੇ ਹਾਲਾਤਾਂ ਨਾਲ ਲੋਕ ਜੂਝ ਰਹੇ ਨੇ ਤੇ ਸ਼ਾਇਦ ਜੂਝਣਾ ਵੀ ਪਊਗਾ। ਅਹਿਮ ਖਬਰ ਬਰਗਾੜੀ ਬੇਅਦਬੀ ਕਾਂਡ ਦੇ ਨਾਲ ਜੁੜੀ ਹੋਈ ਹੈ। ਬਰਗਾੜੀ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ 7 ਸਾਲਾਂ ਦੇ ਵਿੱਚ ਨਹੀਂ ਹੋਇਆ ਤਾਂ 3 ਦਿਨਾਂ ਦੇ ਵਿੱਚ ਹੋਣਾ ਤਾਂ ਕਾਨੂੰਨੀ ਤੌਰ ਤੇ ਵੀ ਸੰਭਵ ਹੀ ਨਹੀਂ ਸੀ। ਪਤਾ ਹੀ ਸੀ ਸਭ ਨੂੰ ਕਿ ਨਵੀਂ ਸਰਕਾਰ ਨੇ ਵੀ ਕੋਈ ਜਾਂਚ ਦਾ ਭਰੋਸਾ ਹੀ ਦੇਣਾ ਹੈ ਤੇ ਉਹੀ ਹੋਇਆ ਹੈ। ਐਤਵਾਰ ਨੂੰ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਨਾਮਜ਼ਦ ਹੋਏ ਮੁਲਜ਼ਮਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਨੂੰ ਛੇਤੀ ਨਿਪਟਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਕਾਇਮ ਕੀਤੀ ਕਾਨੂੰਨੀ ਮਾਹਿਰਾਂ ਦੀ ਟੀਮ ਬਹਿਬਲ ਕਲਾਂ ਲੱਗੇ ਹੋਏ ਬਰਗਾੜੀ ਇਨਸਾਫ ਮੋਰਚੇ ਤੇ ਪਹੁੰਚੀ ਅਤੇ ਪੀੜਤ ਪਰਿਵਾਰਾਂ ਸਮੇਤ ਸਿੱਖ ਜਥੇਬੰਦੀਆਂ ਦੇ ਲੀਡਰਾਂ ਨਾਲ ਬੈਠਕ ਕੀਤੀ। ਟੀਮ ਨੇ ਕਿਹਾ ਕਿ 3 ਮਹੀਨਿਆਂ ਵਿੱਚ ਪੰਜਾਬ ਸਰਕਾਰ ਕਾਨੂੰਨੀ ਕਾਰਵਾਈ ਮੁਕੰਮਲ ਕਰਨ ਦੀ ਕੋਸ਼ਿਸ਼ ਕਰੇਗੀ। ਏਜੀ ਪੰਜਾਬ ਦੇ ਦਫ਼ਤਰ ਵੱਲੋਂ ਭੇਜੀ ਟੀਮ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਬਹਿਬਲ ਕਲਾਂ ਗੋਲੀ ਕਾਂਡ ਤੇ ਬੇਅਦਬੀ ਕਾਂਡ ਸੰਬੰਧੀ ਪਈਆਂ ਰਿਟਾਂ ਦਾ ਪਹਿਲ ਦੇ ਆਧਾਰ ਤੇ ਫੈਸਲਾ ਕਰਵਾਇਆ ਜਾਵੇਗਾ। ਤੇ ਪੰਜਾਬ ਸਰਕਾਰ ਦੇ ਇਸ ਰਿਸਪੌਂਸ ਤੋਂ ਧਰਨੇ ਤੇ ਬੈਠੇ ਪੀੜਤ ਪਰਿਵਾਰਾਂ ਸਮੇਤ ਸਿੱਖ ਜਥੇਬੰਦੀਆਂ ਦਾ ਕੀ ਰਿਸਪੌਂਸ ਹੈ, ਕੀ ਉਹਨਾਂ ਦਾ ਪ੍ਰਤੀਕਰਮ ਹੈ। ਅਸੀਂ ਸੁਖਰਾਜ ਸਿੰਘ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਸੀ, ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਲਗਾਤਾਰ ਬਿਜ਼ੀ ਚੱਲ ਰਹੇ ਸੀ, ਮਸ਼ਰੂਫ ਸੀ। ਜਦੋਂ ਵੀ ਜਾਣਕਾਰੀ ਮਿਲਦੀ ਹੈ ਉਹਨਾਂ ਦਾ ਕੀ ਪ੍ਰਤੀਕਰਮ ਹੈ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ। ਦਰਅਸਲ ਮਾਮਲਿਆਂ ਦੀ ਸੁਣਵਾਈ ਲਟਕਣ ਕਾਰਨ ਨਿਰਾਸ਼ ਪੀੜਤ ਪਰਿਵਾਰਾਂ ਨੇ 6 ਅਪ੍ਰੈਲ ਨੂੰ ਬਠਿੰਡਾ ਅੰਮ੍ਰਿਤਸਰ ਹਾਈਵੇ ਜਾਮ ਕਰ ਦਿੱਤਾ ਸੀ। ਜਾਮ ਖੁਲਵਾਉਣ ਦੇ ਲਈ ਪੰਜਾਬ ਸਰਕਾਰ ਦੀ ਟੀਮ ਨੇ ਅੰਦੋਲਨ ਕਰਨ ਵਾਲਿਆਂ ਨੂੰ ਭਰੋਸਾ ਦਿੱਤਾ ਸੀ ਕਿ ਅਗਲੇ 3 ਦਿਨਾਂ ਵਿੱਚ ਕੇਸਾਂ ਦੇ ਨਿਪਟਾਰੇ ਲਈ ਰਣਨੀਤੀ ਤਿਆਰ ਕੀਤੀ ਜਾਏਗੀ, ਜਿਸ ਤੋਂ ਬਾਅਦ ਐਤਵਾਰ ਨੂੰ ਵਕੀਲਾਂ ਦੀ ਟੀਮ ਆਪਣੀ ਰਣਨੀਤੀ ਤਿਆਰ ਕਰਕੇ ਇਹਨਾਂ ਪ੍ਰਦਰਸ਼ਨਕਾਰੀਆਂ ਦੇ ਕੋਲ ਪਹੁੰਚੀ ਸੀ। ਸੋ ਹੁਣ ਨਵੀਂ ਸਰਕਾਰ ਨੇ ਵੀ 3 ਮਹੀਨੇ ਦਾ ਸਮਾਂ ਮੰਗ ਲਿਆ ਹੈ। ਉਧਰ ਇਸੇ ਮਸਲੇ ਦੇ ਨਾਲ ਜੁੜੀ ਇੱਕ ਵੱਡੀ ਖਬਰ ਆ ਰਹੀ ਹੈ। ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਉੱਤਰੀ ਤੋਂ ਐਮਐਲਏ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਵਿੱਚ 48 ਅਫਸਰ ਰਹੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣਾ ਮੂੰਹ ਖੋਲਿਆ ਹੈ। ਕੁੰਵਰ ਨੇ ਕਿਹਾ ਹੈ ਕਿ ਉਹਨਾਂ ਨੂੰ 2 ਪੁਲਿਸ ਅਫਸਰਾਂ ਪ੍ਰਬੋਧ ਕੁਮਾਰ ਦੀ ਇੰਟੈਲੀਜੈਂਸ ਡੀਜੀਪੀ ਤੇ ਅਰੁਣਪਾਲ ਸਿੰਘ ਦੀ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਵਜੋਂ ਨਿਯੁਕਤੀ ਤੇ ਇਤਰਾਜ਼ ਹੈ। ਕੁੰਵਰ ਵਿਜੇ ਪ੍ਰਤਾਪ ਦਾ ਕਹਿਣਾ ਹੈ ਕਿ ਇਹਨਾਂ ਦੋਵਾਂ ਅਫਸਰਾਂ ਨੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਵੱਡੇ ਸਿਆਸੀ ਪਰਿਵਾਰਾਂ ਨੂੰ ਬਚਾਉਣ ਲਈ ਪੂਰਾ ਜ਼ੋਰ ਲਾਇਆ ਸੀ। ਕੁੰਵਰ ਵਿਜੇ ਪ੍ਰਤਾਪ ਨੇ ਫੇਸਬੁੱਕ ਪੋਸਟ ਰਾਹੀਂ ਇਤਰਾਜ਼ ਜਤਾਇਆ ਹੈ, ਮੰਗ ਕੀਤੀ ਹੈ ਕਿ ਇਹਨਾਂ ਨਿਯੁਕਤੀਆਂ ਤੇ ਮੁੜ ਵਿਚਾਰ ਕਰਨ ਦੀ ਲੋੜ ਹੈ ਤਾਂ ਕਿ ਸਰਕਾਰ ਦੀ ਮਨਸ਼ਾ ਤੇ ਸਵਾਲ ਨਾ ਚੁੱਕੇ ਜਾਣ। ਉਹਨਾਂ ਕਿਹਾ ਕਿ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਸਹੀ ਜਾਂਚ ਨਾ ਹੋਣ ਦੇ ਰੋਸ ਵਜੋਂ ਹੀ ਉਹਨਾਂ ਨੇ ਆਪਣਾ ਅਸਤੀਫਾ ਦਿੱਤਾ ਸੀ ਤੇ ਜਿਹੜੇ ਅਫਸਰਾਂ ਨੇ ਸਿਆਸੀ ਪਰਿਵਾਰਾਂ ਨੂੰ ਬਚਾਇਆ ਸੀ ਅੱਜ ਉਹਨਾਂ ਨੂੰ ਹੀ ਅਹਿਮ ਜ਼ਿੰਮੇਵਾਰੀ ਦੇ ਦਿੱਤੀ ਹੈ। ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਇਹ ਬਿਆਨ ਬਦਲਾਅ ਵਾਲੀ ਸਰਕਾਰ ਤੇ ਸਵਾਲ ਵੀ ਖੜੇ ਕਰਦਾ ਹੈ। ਤੇ ਕੁੰਵਰ ਵਿਜੇ ਪ੍ਰਤਾਪ ਦੇ ਇਸ ਬਿਆਨ ਤੋਂ ਬਾਅਦ ਸਿਆਸੀ ਸੰਗਰਾਮ ਵੀ ਸ਼ੁਰੂ ਹੋ ਗਿਆ। ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਗੁਰਪ੍ਰੀਤ ਗੋਗੀ ਨੇ ਉਲਟਾ ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਹੀ ਨਿਸ਼ਾਨਾ ਸਾਧ ਦਿੱਤਾ। ਉਹਨਾਂ ਕਿਹਾ ਕਿ ਇਹ ਕੁੰਵਰ ਵਿਜੇ ਪ੍ਰਤਾਪ ਦੀ ਨਿੱਜੀ
रंजिश हो सकती है क्योंकि पुलिस विभाग दे विचों आए ने। उन्होंने पोस्ट पा के पुलिस नियुक्तियां ते पहला इतराज़ जताया पर बाद विच उन्होंने अपनी पोस्ट जिहड़ी है वो एडिट कर दी है, ये उन्होंने दावा किया है। सो ये पोस्ट एडिट करन दे दोवें कारण हो सकते हैं, एक तो हाईकमान का दबाव भी हो सकता है तो दूसरा जिहड़ा निजी किड़ भी हो सकती है। पर जिस तरीके का कुंवर विजय प्रताप का रिकॉर्ड रहा है, लोग उन्हां ते किते ना किते भरोसा जरूर करते हैं। सोमवार नूं पूरे पंजाब दे विच गुरदासपुर दे बटाला विच वापरी एक घटना के विरोध दे विच निजी विद्यक अदारे बंद रहन की संभावना है। पंजाब के ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵਿਦਿਆਰਥੀਆਂ ਨੂੰ ਨੋਟਿਸ ਆ ਵੀ ਚੁੱਕੇ ਨੇ ਕਿ ਸੋਮਵਾਰ ਨੂੰ ਸਾਰੇ ਵਿਦਿਅਕ ਅਦਾਰੇ ਬੰਦ ਰਹਿਣਗੇ। ਪੰਜਾਬ ਬੰਦ ਦਾ ਸੱਦਾ ਦਿੱਤਾ ਹੈ ਗੁਰਦਾਸਪੁਰ ਦੀਆਂ ਪ੍ਰਾਈਵੇਟ ਵਿਦਿਅਕ ਸੰਸਥਾਵਾਂ ਦੇ ਪ੍ਰਬੰਧਕਾਂ ਨੇ, ਕਿਉਂਕਿ ਇੱਥੇ ਇੱਕ ਜਬਰ ਜਨਾਹ ਦੀ ਘਟਨਾ ਵਾਪਰੀ 4 ਸਾਲ ਦੀ ਬੱਚੀ ਦੇ ਨਾਲ ਤੇ ਉਸ ਮਸਲੇ ਦੇ ਵਿੱਚ ਪੁਲਿਸ ਨੇ ਸਕੂਲ ਦੇ ਚੇਅਰਮੈਨ ਤੇ ਪ੍ਰਿੰਸੀਪਲ ਨੂੰ गिरफ्तार कर लिया। मुख मुलजम पता नहीं कौन है ते उस गिरफ्तारी के विरोध दे विच प्राइवेट अध्यापकों ने, प्राइवेट जिहड़े अदारे ने उन्हां दे प्रबंधकों ने यह संघर्ष विढ़िया है। अगलियां कुछ खबरां किसानां दे नाल जुड़ियां होईयां ने। नीति आयोग के खेतीबाड़ी मैंबर रमेश चंद ने कहा कि किसानां नूं फसलों दी बेहतर कीमतां देण दे योग बनाउण लई खेती खेतर विच सुधार जरूरी ने, यानी कि संकेत ने कि खेती खेतर विच सुधार हाले भी हो सकते हैं। तिन्ने खेती कानूनां जिन्हां नूं रद्द किया गया है उन्हां दे वल किधरे ना किधरे गल जांदी दिखदी है। रमेश चंद ने कहा कि वित्ती साल 2022 ਦੇ ਵਿੱਚ खेती खेतर की विकास दर 3% ਦੇ करीब रहेगी। जेकर मॉनसून ते होर हालात ढुकवें रहे तो वित्ती साल 2023 ਵਿੱਚ सुधार हो सकता है। खेती खेतर ਵਿੱਚ सुधारां ਦੀ ਲੋੜ ਤੇ ਜ਼ੋਰ ਦਿੰਦਿਆਂ ਉਹਨਾਂ ਕਿਹਾ ਕਿ 3 खेती ਕਾਨੂੰਨਾਂ ਨੂੰ ਰੱਦ ਕਰਨ ਨਾਲ ਕਿਸਾਨਾਂ ਦੀ ਆਮਦਨ ਨੂੰ 2022 ਤੱਕ ਦੁੱਗਣੀ ਕਰਨ ਦੇ ਟੀਚੇ ਨੂੰ ਝਟਕਾ ਲੱਗਿਆ ਹੈ। ਤੇ ਉਹਨਾਂ ਨੇ ਸੂਬਿਆਂ ਦੇ ਨਾਲ ਨਵੇਂ ਸਿਰੇ ਤੋਂ ਸਲਾਹ ਮਸ਼ਵਰੇ ਸ਼ੁਰੂ ਕਰਨ ਦਾ ਸੁਝਾਅ ਦਿੱਤਾ ਹੈ। ਖੇਤੀਬਾੜੀ ਸੁਧਾਰ ਪ੍ਰਕਿਰਿਆ ਨੂੰ ਮੁੜ ਤੋਂ ਸ਼ੁਰੂ ਕਰਨ ਦੇ ਲਈ, ਯਾਨੀ ਕਿ ਸਿੱਧੇ ਤੌਰ ਤੇ ਕਹਿ ਹੀ ਦਿੱਤਾ ਗਿਆ ਕਿ ਜੇ 3 ਖੇਤੀ ਕਾਨੂੰਨ ਹੁੰਦੇ ਤਾਂ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਣੀ ਸੀ। 2022 ਇਸੇ ਸਾਲ ਦੇ ਵਿੱਚ ਇਹ ਟੀਚਾ ਪੂਰਾ ਹੋ ਜਾਣਾ ਸੀ। पर फिर भी उन्होंने कह दिता है, सरकार के कंन 'ਚ गल पा दी है। हालांकि सब कुछ सरकार की सलाह के नाल ही कहते हुंदा है। तो उन्होंने कहा कि मुड़ तो सूबियां दे नाल नवे जिहड़े सलाह मशवरे ने नवे सिरे तो शुरू करने चाहिए ने। सो ये खबर सुनने तो बाद किसानों का डर होर भी वध जाना है। उन्होंने खदशा जिहड़ा सी कि सरकार ने एक बारी तो खेती कानून रद्द कर दिते पर मुड़ किसी ना किसी तरीके नाल इन्हां नूं दोबारा लैके आवेगी। ये गल शायद उधर नूं ही जाती है। उधर प्रधानमंत्री नरेंद्र मोदी ने दावा किया कि देश का किसान जिन्ना मजबूत होगा नवा भारत उन्ना ही खुशहाल होगा। किते ना किते कनैक्शन है दोनों खबरों का, क्योंकि प्रधानमंत्री किते संबोधन नहीं कर रहे सी, प्रधानमंत्री ने खुद ट्वीट किया है। कहते प्रधानमंत्री किसान सन्मान निधि ते खेती खेतर नाल संबंधित होर योजनावां देश के करोड़ां किसानां नूं ताकत दे रहीआं ने ते साडे मुल्क नूं साडे किसान भरावां ते भैणां उत्ते माण है। वो जिन्ने मजबूत होणगे नवां भारत उन्ना ही खुशहाल होऊगा। उन्होंने इस ट्वीट दे नाल कुछ आंकड़े भी साझे कीते। मोदी ने कहा कि प्रधानमंत्री किसान सन्मान निधि योजना के तहत 1 करोड़ 82 लाख रुपये सीधे 11 करोड़ 30 लाख किसानों के खाते विच भेज दिते गए हैं। तो इस नाल जुड़ी एक होर तुहानूं अपडेट दस देने हाँ कि खेतीबाड़ी विच अति आधुनिक ट्रेनिंग ते इहदे नाल संबंधित तकनीकां बारे जानकारी लैण वास्ते भारत के 7 सूबियां दे 18 खेतीबाड़ी अधिकारी 15 दिनां दे इजराइल दे दौरे ते हन। हैरानी की गल यह है कि भारत दे खेती दे विच मोहरी रहण वाला ते हरा इनकलाब लियाउण वाले पंजाब दा कोई भी प्रतिनिधि इस वफद दा हिस्सा ही नहीं है। कोर्स विच हिस्सा लैण वाले अधिकारी हरियाणा, गुजरात, महाराष्ट्र, कर्नाटका, तमिलनाडु, असम और मिजोरम ते ने। ते ये वफद 12 अप्रैल नूं सिखलाई प्रोग्राम पूरा कर लवेगा, पर इहदे विच पंजाब दा कोई भी प्रतिनिधि शामिल नहीं है। इधर किसान मोर्चे ने भी ऐलान कर दिता है। किसान 11 तो 17 अप्रैल तक MSP गारंटी हफ्ता मनाउणगे। इस हफ्ते दरमियान किसान धरने, मुजाहरे ते सैमीनार करनगे, पूरे देश दे विच जागरूकता फैलाउणगे। किसानां दा इल्जाम है कि बहुत सारे वादे करन दे बावजूद भी किसानां दे लई घट्टो घट्ट समर्थन मुੱਲ दा कानून है जिहड़ा ਉਹ नहीं लिआंदा गया। MSP की गारंटी का कानून नहीं लिआंदा गया। किसान
ਘੱਟੋ ਘੱਟ ਸਮਰਥਨ ਮੁੱਲ ਤੋਂ ਵੀ ਘੱਟ ਰੇਟ ਤੇ ਫਸਲਾਂ ਵੇਚਣ ਲਈ ਮਜਬੂਰ ਨੇ। ਸਰਕਾਰ ਨੇ ਭਰੋਸਾ 4 ਮਹੀਨੇ ਪਹਿਲਾਂ ਦਿੱਤਾ ਸੀ, ਹਾਲੇ ਤੱਕ MSP ਦੇ ਮਸਲੇ ਤੇ ਕਮੇਟੀ ਤੱਕ ਨਹੀਂ ਬਣੀ ਹੈਗੀ। ਇਸੇ ਕਰਕੇ ਹੁਣ ਕਿਸਾਨ ਸੋਮਵਾਰ ਤੋਂ ਲੈ ਕੇ 17 ਅਪ੍ਰੈਲ ਤੱਕ MSP ਗਰੰਟੀ ਹਫਤਾ ਮਨਾਉਣ ਜਾ ਰਹੇ ਨੇ। ਕਾਂਗਰਸ ਹਾਈਕਮਾਨ ਨੇ ਸ਼ਨੀਚਰਵਾਰ ਦੇਰ ਰਾਤ ਸਾਬਕਾ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਐਲਾਨ ਦਿੱਤਾ, ਜਿਸ ਤੋਂ ਬਾਅਦ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਹੋਰ ਲੀਡਰਾਂ ਨੇ ਇਹਨਾਂ ਨੂੰ ਵਧਾਈ ਦਿੱਤੀ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਸਮੇਤ ਹੋਰਨਾਂ ਨਿਯੁਕਤੀਆਂ ਨੂੰ ਵਧਾਈ ਦਿੱਤੀ ਹੈ। ਹਾਈਕਮਾਨ ਦੇ ਫੈਸਲੇ ਨੂੰ ਸ਼ਲਾਘਾਯੋਗ ਦੱਸਿਆ, ਧੰਨਵਾਦ ਕੀਤਾ ਤੇ ਕਿਹਾ ਕਿ ਮੈਂ ਦਿਲੋਂ ਸਮਰਥਨ ਕਰਦਾ, ਸਹਿਯੋਗ ਦਿੰਦਾ। ਨਵਜੋਤ ਸਿੰਘ ਸਿੱਧੂ ਨੇ ਵੀ ਟਵੀਟ ਕਰਕੇ ਰਾਜਾ ਵੜਿੰਗ ਤੇ ਭਾਰਤ ਭੂਸ਼ਣ ਆਸ਼ੂ ਨੂੰ ਵਧਾਈ ਦਿੱਤੀ ਹੈ, ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਦਾ ਜ਼ਿਕਰ ਨਹੀਂ ਕੀਤਾ। ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ, ਜਿਨ੍ਹਾਂ ਦੇ CLP ਲੀਡਰ ਬਣਨ ਦੇ ਆਸਾਰ ਲੱਗ ਰਹੇ ਸੀ, ਉਹਨਾਂ ਨੇ ਵੀ ਇਹਨਾਂ ਨਿਯੁਕਤੀਆਂ ਦੇ ਲਈ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ। ਰਾਜਾ ਵੜਿੰਗ ਤੇ ਬਾਜਵਾ ਨੂੰ ਵਧਾਈ ਦਿੱਤੀ ਹੈ ਤੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਤੇ ਕਾਂਗਰਸ ਪਾਰਟੀ ਵਿੱਚ ਕਲੇਸ਼ ਮੁੜ ਤੋਂ ਸਾਹਮਣੇ ਆਇਆ ਹੈ। ਸਿੱਧੂ ਦੇ ਸਲਾਹਕਾਰ ਨੇ ਬਿਆਨ ਦਿੱਤਾ ਹੈ ਕਿ ਸਿੱਧੂ ਕਾਂਗਰਸ ਦੀ ਰਾਜਨੀਤੀ ਦਾ ਸ਼ਿਕਾਰ ਹੋਏ ਨੇ। ਕਾਂਗਰਸ ਨੇ ਸਿੱਧੂ ਦਾ ਚੰਗਾ ਪ੍ਰਯੋਗ ਨਹੀਂ ਕੀਤਾ। ਉਹਨਾਂ ਇਹ ਵੀ ਕਿਹਾ ਕਿ ਸਿੱਧੂ ਨਾਲ ਬੇਵਫਾਈ ਮਤਲਬ ਪੰਜਾਬ ਦੇ ਨਾਲ ਬੇਵਫਾਈ ਹੈ ਤੇ ਕਾਂਗਰਸ ਨੇ ਸਿੱਧੂ ਨੂੰ ਹਮੇਸ਼ਾ ਰੋਕਣ ਦਾ ਹੀ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਕਾਂਗਰਸ ਵਿੱਚ ਬਹੁਤ ਸੁਧਾਰਾਂ ਦੀ ਲੋੜ ਹੈ ਤੇ ਕਾਂਗਰਸ ਵਿੱਚ ਮਨਮਰਜ਼ੀ ਦੇ ਫੈਸਲੇ ਹੁੰਦੇ ਨੇ। ਸਿੱਧੂ ਨਾਲ ਕੀਤਾ ਵਾਅਦਾ ਕਾਂਗਰਸ ਨੇ ਪੂਰਾ ਨਹੀਂ ਕੀਤਾ। ਸੋ ਉਹਨਾਂ ਦੇ ਸਲਾਹਕਾਰ ਦਾ ਜਿਹੜਾ ਇਹ ਬਿਆਨ ਹੈ ਉਹ ਕਾਫੀ ਕੁਝ ਸਪਸ਼ਟ ਕਰਦਾ ਹੈ ਕਿ ਸਿੱਧੂ ਦੇ ਨਾਲ ਵਾਅਦਾ ਜਿਹੜਾ ਕਾਂਗਰਸ ਨੇ ਕਿਹੜਾ ਕੀਤਾ ਸੀ, ਕਦੋਂ ਕੀਤਾ ਸੀ, ਕੀ ਕਾਂਗਰਸ ਦਾ ਮੁੜ ਪ੍ਰਧਾਨ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ। ਹਾਲਾਂਕਿ ਨਵਜੋਤ ਸਿੰਘ ਸਿੱਧੂ ਨੇ ਕੋਈ ਅਜਿਹੇ ਵੱਖਰੇ ਸੁਰ ਨਹੀਂ ਦਿਖਾਏ, ਉਹਨਾਂ ਨੇ 2 ਜਣਿਆਂ ਨੂੰ ਵਧਾਈ ਹੀ ਦਿੱਤੀ ਹੈ ਤੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਬਣਨ ਵਾਲੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਹਿਲੀ ਕਾਰਵਾਈ ਵੀ ਕਰ ਦਿੱਤੀ ਹੈ। ਵਿਰੋਧ ਕਰਨ ਵਾਲੇ, ਵਿਰੋਧੀ ਸੁਰਾਂ ਦਿਖਾਉਣ ਵਾਲੇ ਸਾਬਕਾ ਵਿਧਾਇਕ ਸੁਰਜੀਤ ਸਿੰਘ ਧਮਾਨ ਦੀ ਛੁੱਟੀ ਕਰ ਦਿੱਤੀ ਹੈ। ਪਾਰਟੀ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਹਾਲਾਂਕਿ ਚਿੱਠੀ ਜਾਰੀ ਕੀਤੀ ਹੈ। ਖਬਰ ਮਾਨਸਾ ਤੋਂ ਹੈ, ਜਿੱਥੇ ਆਯੁਰਵੈਦਿਕ ਡੀ ਫਾਰਮੇਸੀ ਉਪਯੁਕਤ ਯੂਨੀਅਨ ਪੰਜਾਬ ਨੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਦੇ ਦਫ਼ਤਰ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਚੇਤਾਵਨੀ ਦਿੱਤੀ ਕਿ ਜੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਜਾਰੀ ਰਹੇਗਾ। ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਯੂਨੀਅਨ ਦੇ ਲੀਡਰਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਵਿੱਚ ਜਿਵੇਂ ਹੀ ਸਾਡੀ ਸਰਕਾਰ ਆ ਜਾਊਗੀ, ਆਯੁਰਵੇਦ ਫਾਰਮੇਸੀ ਸਬ ਪ੍ਰੋਡਕਟਸ ਦੀਆਂ ਮੰਗਾਂ ਨੂੰ ਤੁਰੰਤ ਪੂਰਾ ਕਰਾਂਗੇ, 285 ਨਿਯੁਕਤੀਆਂ ਤੁਰੰਤ ਕਰਾਂਗੇ, ਪਰ ਹਾਲੇ ਤੱਕ ਸਾਨੂੰ ਨਿਯੁਕਤੀ ਪੱਤਰ ਨਹੀਂ ਜਾਰੀ ਕੀਤੇ ਗਏ। ਸਰ ਅਸੀਂ ਅੱਜ ਇੱਥੇ ਅੱਕ ਹਰ ਕੇ ਆਏ ਹਾਂ। ਸਾਡੇ ਨਾਲ ਪੰਜਾਬ ਸਰਕਾਰ ਨੇ ਇਲੈਕਸ਼ਨ ਤੋਂ ਪਹਿਲਾਂ ਵੱਡੇ ਵਾਅਦੇ ਕੀਤੇ। ਸਾਨੂੰ ਕਿਹਾ ਗਿਆ ਨੌਕਰੀਆਂ ਦੇਵਾਂਗੇ, ਘਰ ਨੌਕਰੀਆਂ ਦੇਵਾਂਗੇ। ਆਹ ਦੇਖੋ ਤੁਹਾਡੇ ਸਾਹਮਣੇ ਸਾਰੇ ਸੜਕਾਂ ਤੇ ਬੈਠੇ ਆ। ਅਸੀਂ ਡਾਕਟਰ ਵਿਜੇ ਸਿੰਗਲਾ ਜੀ ਨੂੰ ਆ ਕੇ ਮਿਲੇ ਵੀ ਸੀ। ਅਸੀਂ ਆਪ ਦਾ ਨਿਯੁਕਤ ਪੱਤਰ ਦਿੱਤਾ ਸੀਗਾ ਵੀ ਸਾਡੀਆਂ ਮੁੱਖ ਮੰਗਾਂ ਨੇ, ਪਰ ਸਰ ਸਾਡੇ ਅੱਜ ਤੱਕ ਕੋਈ ਗੱਲ ਨਹੀਂ ਸੁਣੀ ਗਈ। ਹਾਲਾਤ ਜ਼ਿਕਰ ਕਿ ਇਹਨਾਂ ਦੇ ਅਸੀਂ ਆਫਿਸ ਮਿਲੇ, ਸਾਡੇ ਨਾਲ ਇਹਨਾਂ ਨੇ ਗੱਲ ਵੀ ਨਹੀਂ ਕੀਤੀ ਢੰਗ ਨਾਲ। ਸਰ ਅਸੀਂ ਅੱਜ ਅੱਕ ਕੇ ਵਾਪਸ ਆ ਦੇਖ ਲਓ ਸੜਕਾਂ ਤੇ ਬੈਠੇ ਹਾਂ ਗਰਮੀ 'ਚ, ਇੰਨੀ ਗਰਮੀ ਪੈ ਰਹੀ ਹੈ ਸਰ। ਤੇ ਡਾਕਟਰ ਵਿਜੇ ਸਿੰਗਲਾ ਜੀ ਸਾਨੂੰ ਦੇਖ ਕੇ ਨਿਕਲੇ ਆ ਜੀ, ਇੱਥੋਂ ਰੁਕੇ ਵੀ ਨਹੀਂ ਰੋਡ ਦੇ ਉੱਤੇ। ਤੇ ਹੁਣ ਅੱਜ ਆ ਕੇ ਅੰਦਰ ਗੱਲ ਕੀਤੀ, ਅਸੀਂ ਕਹਿ ਰਹੇ ਤੁਸੀਂ ਲਿਖ ਕੇ ਦੇ ਦਿਓ ਸਾਨੂੰ। ਲਿਖ ਕੇ ਸਰ ਕਿਉਂ ਦੇ ਦਈਏ? ਅਸੀਂ 200 ਕਿਲੋਮੀਟਰ ਤੋਂ ਚੱਲ ਕੇ ਆਏ ਹਾਂ, ਅਸੀਂ ਲਿਖ ਕੇ ਦੇਣ ਵਾਸਤੇ ਇੱਥੇ ਆਏ ਹਾਂ। ਭਗਵੰਤ ਮਾਨ ਸਾਹਿਬ ਕਹੀ ਜਾਂਦੇ ਆ ਅਸੀਂ ਬਾਹਰੋਂ ਅੰਗਰੇਜ਼ ਪੰਜਾਬ 'ਚ ਨੌਕਰੀਆਂ ਮੰਗਣ ਆਇਆ ਕਰਨਗੇ। ਪਹਿਲਾਂ ਪੰਜਾਬ ਵਾਲਿਆਂ ਨੂੰ ਤਾਂ ਨੌਕਰੀ ਦੇ ਲਓ, ਫਿਰ ਅੰਗਰੇਜ਼ਾਂ ਨੂੰ ਨੌਕਰੀ ਦੇ ਲਿਓ। ਸਾਡੀ ਆਈ ਇੱਕ ਮੰਗ ਹੈਗੀ ਆ, ਸਾਡੀਆਂ ਵੱਧ ਤੋਂ ਜਲਦੀ 285 ਅਸਾਮੀਆਂ ਦੇ ਸਟਾਰ ਜਾਰੀ ਕੀਤਾ ਜਾਵੇ। ਉਪਵੇਦਾਂ ਦੀ ਜਗ੍ਹਾ ਜਿਹੜੇ ਡਾਕਟਰ BMS ਭਰਤੀ ਕੀਤੇ ਆ ਉਹਨਾਂ ਨੂੰ ਬਾਹਰ ਕੀਤਾ ਜਾਵੇ। ਅਸੀਂ ਇਹਨਾਂ ਦੀ ਦਫ਼ਤਰ ਘੇਰਨ ਦਾ ਮਤਲਬ ਹੈ ਕਿ ਸਾਡੇ ਹੱਕ ਸਾਨੂੰ ਦਿੱਤੇ ਜਾਣ। ਸਾਡੀ ਜਿਹੜੀ ਉਪਵੈਦਾਂ ਦੀ ਭਰਤੀ ਹੈ 2015 ਦੇ ਵਿੱਚ ਹੋਈ, ਉਹਦੇ ਵਿੱਚ ਘਪਲਾ ਹੋਇਆ, ਉਹਦੇ ਵਿੱਚ BMS ਨੂੰ ਭਰਤੀ ਕੀਤਾ ਗਿਆ ਤੇ ਉਹਦੇ ਵਿੱਚ ਉਪਵੈਦਾਂ ਦੇ ਹੱਕਾਂ ਤੇ ਡਾਕਾ ਮਾਰਿਆ ਗਿਆ। ਤੇ ਸਾਡੇ ਅੱਜ ਦਫ਼ਤਰ ਘੇਰਨ ਦਾ ਮਤਲਬ ਹੈ ਕਿ ਉਪਵੈਦਾਂ ਨੂੰ ਰੁਜ਼ਗਾਰ ਦਿਓ, ਉਹਨਾਂ ਨੂੰ ਨਵੀਆਂ ਪੋਸਟਾਂ ਕੱਢੋ ਤੇ ਜਿਹੜੀਆਂ ਪੁਰਾਣੀਆਂ ਪੋਸਟਾਂ ਨੇ ਉਹਨਾਂ ਦੇ ਇਸ਼ਤਿਹਾਰ ਜਾਰੀ ਕਰਕੇ ਉਪਵੈਦਾਂ ਨੂੰ ਰੱਖਿਆ ਜਾਵੇ। ਅਤੇ ਜਿਹੜੇ 18,000 ਮੁਹੱਲਾ ਕਲੀਨਿਕ ਖੁੱਲ੍ਹ ਰਹੇ ਨੇ ਜੀ, ਉਹਨਾਂ ਦੇ ਵਿੱਚ ਸਾਨੂੰ ਉਪਵੈਦਾਂ ਨੂੰ 50% ਪੋਸਟਾਂ ਦਿੱਤੀਆਂ ਜਾਣ ਤਾਂ ਕਿ ਉਪਵੈਦ ਬੇਰੁਜ਼ਗਾਰ ਨਾ ਰਹਿਣ। ਨਹੀਂ ਤਾਂ ਫਿਰ ਉਪਵੈਦ ਨੂੰ ਰੁਜ਼ਗਾਰ ਨਹੀਂ ਦੇਣਾ ਤਾਂ ਉਪਵੈਦ ਪੂਰਾ ਜ਼ੋਰ ਸ਼ੋਰ ਨਾਲ ਸੰਘਰਸ਼ ਕਰਨਗੇ। ਤੇ ਆਮ ਆਦਮੀ ਪਾਰਟੀ ਦੀ ਸਰਕਾਰ ਭਾਵੇਂ ਪੰਜਾਬ ਦੇ ਵਿੱਚ ਨਸ਼ੇ ਤੇ ਭ੍ਰਿਸ਼ਟਾਚਾਰ ਖਤਮ ਕੀਤੇ ਜਾਣ ਦੇ ਵੱਡੇ ਦਾਅਵੇ ਕਰ ਰਹੀ ਹੈ, ਪਰ ਮਾਨਸਾ ਜ਼ਿਲ੍ਹੇ ਦੇ ਪਿੰਡ ਜੋਗਾ ਦੇ ਨੌਜਵਾਨਾਂ ਨੇ ਇਹਨਾਂ ਦਾਅਵਿਆਂ ਦੀ ਫੂਕ ਕੱਢਦੇ ਹੋਏ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਦੇ ਸਾਹਮਣੇ ਹੀ ਚਿੱਟਾ ਖਰੀਦ ਕੇ ਪੁਲਿਸ ਅਤੇ ਪ੍ਰਸ਼ਾਸਨ ਤੇ ਵੱਡੇ ਸਵਾਲ ਖੜੇ ਕਰ ਦਿੱਤੇ।
ਦਰਅਸਲ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਪਿੰਡ ਜੋਗਾ ਦੇ ਵਿੱਚ ਧੰਨਵਾਦ ਦੌਰੇ ਤੇ ਸਨ ਤਾਂ ਜੋਗਾ ਦੇ ਵਿੱਚ ਕਿਸਾਨਾਂ ਨੇ ਮਾਈਕ ਤੇ ਹੀ ਸਿਹਤ ਮੰਤਰੀ ਨੂੰ ਨਸ਼ਾ ਖਰੀਦਿਆ ਹੋਇਆ ਸੀ ਜਿਹੜਾ ਉਹਨਾਂ ਦੇ ਸਾਹਮਣੇ ਰੱਖ ਦਿੱਤਾ ਤੇ ਸਿਹਤ ਮੰਤਰੀ ਦੇ ਸਾਹਮਣੇ ਹੀ ਨੌਜਵਾਨਾਂ ਨੇ ਪੁਲਿਸ ਅਤੇ ਪ੍ਰਸ਼ਾਸਨ ਤੇ ਵੱਡੇ ਸਵਾਲ ਖੜੇ ਕਰਦਿਆਂ ਦਾਅਵਾ ਕੀਤਾ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਕਹਿ ਰਹੇ ਨੇ ਕਿ ਪੁਲਿਸ ਦੀ ਫਿਕਰ ਨਾ ਕਰੋ, ਯਾਨੀ ਕਿ ਪੁਲਿਸ ਦੀ ਮਿਲੀਭੁਗਤ ਦਾ ਇਸ ਤੋਂ ਜਿਹੜਾ ਖੁੱਲਾ ਪਤਾ ਲੱਗਦਾ ਹੈ। ਮੰਤਰੀ ਸਾਹਿਬ ਅੱਜ ਅਸੀਂ ਸਵੇਰੇ ਚਿੱਟਾ ਲੈਣ ਮੁੰਡਾ ਭੇਜਿਆ ਜੀ, ਅਕਲੀਏ ਪਿੰਡ ਤੋਂ ਮੁੰਡਾ ਭੇਜਿਆ, ਉਹਨੂੰ 1500 ਰੁਪਇਆ ਦਿੱਤਾ ਮੈਂ ਜੀ ਉਹਦਾ ਦੇ ਕੋਲੋਂ। ਉਹ ਚਿੱਟਾ ਲਿਆ ਕੇ ਉਹ ਮੈਨੂੰ ਆ ਕੇ ਕਹਿੰਦਾ ਆ ਫੜ ਚਿੱਟਾ ਫੜਾ ਦੋ ਤੇ ਉਹ ਮੁੰਡੇ ਤੋਂ ਅਸੀਂ ਫੜਿਆ ਚਿੱਟਾ। ਮਿੰਟ ਜੀ ਗੱਲ, ਉਹ ਮੁੰਡੇ ਤੋਂ ਆ 2 ਚਿੱਟੇ ਫੜੇ ਜੀ, 2 ਵਾਰ ਫੜਿਆ। ਉਹ ਕਹਿੰਦਾ ਵੀ ਪੁਲਿਸ ਦਾ ਕੋਈ ਡਿੱਕਾ ਨਹੀਂ ਸੈਸੀ, ਕਹਿੰਦਾ ਵੀ ਪੁਲਿਸ ਤੁਹਾਨੂੰ ਕੁਝ ਨਹੀਂ ਕਹਿੰਦੀ, ਕਹਿੰਦਾ ਜਿਹੜੇ ਪਿੰਡ ਦੇ ਮੁੰਡੇ ਲੱਗੇ ਹੋਏ ਨੌਜਵਾਨ ਜਿਹੜੇ ਅਸੀਂ ਲੱਗੇ ਹੋਏ ਆ, ਕਹਿੰਦੇ ਇਹਨਾਂ ਤੋਂ ਬਚ ਕੇ ਰਹੋ ਵੀ ਇਹ ਕੁੱਟਦੇ ਵੀ ਨੇ, ਐ ਨਹੀਂ ਪਤਾ ਤੁਹਾਨੂੰ ਪੁਲਿਸ ਤੋਂ ਪਰਚਾ ਕਰਾਉਣਾ ਪਵੇ, ਪੁਲਿਸ ਦੀ ਮਜਬੂਰੀ ਆ, ਕਹਿੰਦੇ ਕਰਨਾ ਪਊ, ਪੁਲਿਸ ਤੋਂ ਤੁਸੀਂ ਡਰਿਓ ਨਾ, ਡਿੱਕਾ ਨਾ ਮੰਨਿਓ ਉਹ ਜਿਹੜਾ ਵੇਚਦੇ ਆ। ਠੀਕ ਹੈ, ਅੱਜ ਐਸਐਚਓ ਸਾਹਿਬ ਨਵੇਂ ਆਏ ਨੇ, ਇਹਨਾਂ ਨੂੰ ਸਵੇਰੇ ਮੈਂ ਫੋਨ ਕੀਤਾ, ਇਹ ਸ਼ਰੇਆਮ ਸਾਨੂੰ 25 ਮਿੰਟ ਪਹਿਲਾਂ ਫੋਨ ਕੀਤਾ, ਇਹ ਕਹਿੰਦੇ ਜੀ ਅਸੀਂ ਆਉਣੇ ਆ ਤੇ ਉੱਥੇ ਲੇਡੀਜ਼ ਨਸ਼ਾ ਲੈਣ ਆਈ ਸੀ, 2 ਲੇਡੀਜ਼ ਨਸ਼ਾ ਲੈਣ ਆਈਆਂ ਸੀਗੀਆਂ, 2 ਲੇਡੀਜ਼ ਨਸ਼ਾ ਲੈਣ ਆਈਆਂ ਸੀ ਤੇ ਜਦੋਂ 25 ਮਿੰਟ ਅਸੀਂ 20 ਮਿੰਟ ਡੀਕੀ ਗਏ, ਸਾਡੇ ਕੋਲੇ ਉੱਥੇ ਜਿਹੜੇ ਆਪਣੀ ਉਹ ਬਣੀ ਹੋਈ ਆ ਗੱਡੀਆਂ ਦਾ ਸਟੈਂਡ, ਉਹਨਾਂ ਕੋਲੇ ਖੜੇ ਰਹੇ ਅਸੀਂ ਤੇ ਉਹ ਸਾਨੂੰ ਸੈਂਸੀ ਆਪ ਆ ਕੇ ਗਿਆ, ਕਹਿੰਦਾ ਸਹੀ 7 ਮਿੰਟਾਂ ਬਾਅਦ ਪੁਲਿਸ ਆਊ ਇੱਥੇ। ਅੱਛਾ, ਕਹਿੰਦਾ ਉਹਨਾਂ ਚਿਰ ਪੁਲਿਸ ਨਹੀਂ ਆਉਂਦੀ ਚਾਹੇ ਤੁਸੀਂ ਜ਼ੋਰ ਲਾ ਲਿਓ, ਕਹਿੰਦਾ ਜਦੋਂ ਬੁੜੀ ਸਕੂਟਰੀ ਲੈ ਕੇ ਲੰਘ ਗਈ ਤਾਂ ਸਹੀ 7 ਮਿੰਟਾਂ ਬਾਅਦ ਪੁਲਿਸ ਆਈ ਹੈ, ਜਮਾ ਸਹੀ 7 ਮਿੰਟਾਂ ਬਾਅਦ ਹੈ। ਤੇ ਮੌਕੇ ਤੇ ਜਦੋਂ ਸਾਰਾ ਕੁਝ ਹੋ ਰਿਹਾ ਸੀ ਤਾਂ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਨੂੰ ਇਸ ਲਈ ਜ਼ਿੰਮੇਦਾਰ ਦੱਸਿਆ। ਉਹਨਾਂ ਨੇ ਕਿਹਾ ਕਿ ਸੱਤਾ ਵਿੱਚ ਰਹਿਣ ਵਾਲੀਆਂ ਪਿਛਲੀਆਂ ਪਾਰਟੀਆਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਲੱਤ ਲਾ ਦਿੱਤੀ ਹੈ ਤੇ ਹੁਣ ਸਾਡੀ ਜਿਹੜੀ ਸਰਕਾਰ ਹੈ ਉਹ ਨਸ਼ੇ ਖਿਲਾਫ ਵੱਡੇ ਪੱਧਰ ਤੇ ਕੰਮ ਕਰ ਰਹੀ ਹੈ ਤੇ ਜਲਦ ਹੀ ਨਤੀਜੇ ਤੁਹਾਡੇ ਸਾਹਮਣੇ ਹੋਣਗੇ। ਲੋਕਾਂ ਦੀ ਇਹਨਾਂ ਪਾਰਟੀਆਂ ਦੀ ਜੋ ਨੀਤੀ ਸੀ ਕਿ ਸਾਡੇ ਨੌਜਵਾਨਾਂ ਨੂੰ ਕਰਾਹੇ ਪਾ ਕੇ ਉਹਨਾਂ ਨੂੰ ਕਦੇ ਨਸ਼ਿਆਂ ਤੇ ਲਾ ਕੇ ਕਦੇ ਗੈਂਗਸਟਰ ਬਣਾ ਕੇ ਉਹਨਾਂ ਨੂੰ ਪਾੜੀ ਰੱਖਿਆ ਔਰ ਉਹਨਾਂ ਦੇ ਸਿਰ ਤੇ ਇਹ ਰਾਜ ਕਰੀ ਗਏ, ਬਹੁਤ ਸਾਰੇ ਉਹਨਾਂ ਨੂੰ ਵਰਤਿਆ ਔਰ ਅੱਜ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਕਿ ਉਹ ਬੱਚੇ ਹੱਥੋਂ ਨਿਕਲ ਗਏ ਔਰ ਪੰਜਾਬ 'ਚ ਕ੍ਰਾਈਮ ਵੀ ਵਧਿਆ ਔਰ ਇਹਨਾਂ ਲੋਕਾਂ ਦੀ ਬਦੌਲਤ ਵਧਿਆ ਔਰ ਅੱਜ ਅਗਰ ਆਮ ਲੋਕਾਂ ਦੀ ਸਰਕਾਰ ਆਈ ਹੈ ਤਾਂ ਇਹ ਪੰਜਾਬ ਦਾ ਹਾਲਾਤ ਖਰਾਬ ਕਰਨਾ ਚਾਹੁੰਦੇ ਨੇ, ਪਰ ਲੇਕਿਨ ਸਾਡੇ ਪੰਜਾਬ ਦੇ ਲੋਕ ਬੜੇ ਸੂਝਵਾਨ ਨੇ ਔਰ ਜਿਸ ਤਰ੍ਹਾਂ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਕਿਹਾ ਕਿ ਜੋ ਵੀ ਇਹ ਗੈਂਗਸਟਰ ਨੇ ਜਾਂ ਜੋ ਗਲਤ ਕੰਮ ਕਰਦੇ ਆ ਸਮਾਜ 'ਚ ਉਹਨਾਂ 'ਤੇ ਸਖਤੀ ਨਾਲ ਨੱਥ ਪਾਈ ਜਾਊਗੀ ਔਰ ਕਿਸੇ ਨਾਲ ਕੋਈ ਲਿਹਾਜ਼ ਨਹੀਂ। ਅਗਲੀ ਖਬਰ ਲਦਾਖ ਤੋਂ ਹੈ ਪਰ ਪੰਜਾਬ ਦੇ ਨਾਲ ਵੀ ਜੁੜੀ ਹੋਈ ਹੈ ਕਿਉਂਕਿ ਲਦਾਖ ਦੇ ਵਿੱਚ ਇੱਕ ਹਾਦਸਾ ਵਾਪਰਿਆ ਹੈ। 4 ਮਜ਼ਦੂਰਾਂ ਦੀ ਮੌਤ ਹੋਈ ਹੈ ਜਿਨ੍ਹਾਂ ਵਿੱਚੋਂ ਇੱਕ ਪੰਜਾਬ ਦਾ ਰਹਿਣ ਵਾਲਾ ਸੀ। ਲਦਾਖ ਦੇ ਲੇਹ ਜ਼ਿਲ੍ਹੇ ਦੇ ਅਧੀਨ ਨੁਬਰਾ ਸਬ ਡਿਵੀਜ਼ਨ ਦੇ ਵਿੱਚ ਉਸਾਰੀ ਅਧੀਨ ਪੁਲ ਡਿੱਗ ਗਿਆ ਜਿਸ ਕਾਰਨ ਮਲਬੇ ਹੇਠਾਂ ਦੱਬੇ ਗਏ 6 ਜਣਿਆਂ ਦੇ ਵਿੱਚੋਂ 4 ਦੀ ਮੌਤ ਹੋ ਗਈ, 2 ਮਜ਼ਦੂਰਾਂ ਨੂੰ ਬਚਾ ਲਿਆ ਗਿਆ। ਮਰਨ ਵਾਲੇ 4 ਦੇ ਵਿੱਚੋਂ ਪੰਜਾਬ ਦਾ ਮਜ਼ਦੂਰ ਲਵ ਕੁਮਾਰ ਵੀ ਸ਼ਾਮਲ ਸੀ। ਜ਼ਖਮੀ ਮਜ਼ਦੂਰਾਂ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ। ਫਸੇ ਲੋਕਾਂ ਨੂੰ ਕੱਢਣ ਲਈ ਰਾਹਤ ਤੇ ਬਚਾਅ ਕਾਰਜ ਵੀ ਜੰਗੀ ਪੱਧਰ ਤੇ ਚੱਲ ਰਹੇ ਨੇ। ਫੌਜ ਦਾ ਸਹਿਯੋਗ ਲਿਆ ਗਿਆ। ਮੋਗਾ ਤੋਂ ਵੀ ਪੰਜਾਬ ਦੇ ਕਿਸਾਨਾਂ ਦੀ ਹੋਣੀ ਤੇ ਤਰਾਸਦੀ ਨੂੰ ਬਿਆਨ ਕਰਦੀ ਇੱਕ ਹੋਰ ਖਬਰ ਆ ਰਹੀ ਹੈ। ਇੱਥੋਂ ਦੇ ਥਾਣਾ ਸਮਾਲਸਰ ਅਧੀਨ ਪਿੰਡ ਭਲੂਰ ਦੇ ਵਿੱਚ 80 ਲੱਖ ਰੁਪਏ ਦੇ ਕਰਜ਼ਦਾਰ ਕਿਸਾਨ ਨੇ ਖੁਦਕੁਸ਼ੀ ਕਰ ਲਈ। 45 ਸਾਲ ਦਾ ਕਿਸਾਨ ਰਣਜੀਤ ਸਿੰਘ ਘੁਮਾਣ ਇਸਨੇ ਆਪਣੀ ਜਾਨ ਹੈ ਜਿਹੜੀ ਉਹ ਜ਼ਹਿਰੀਲੀ ਵਸਤੂ ਖਾ ਕੇ ਦੇ ਦਿੱਤੀ ਹੈ। ਕਿਸਾਨ ਰਣਜੀਤ ਸਿੰਘ ਦੇ ਭਰਾ ਗੁਰਜੀਤ ਸਿੰਘ ਘੁਮਾਣ ਨੇ ਦੱਸਿਆ ਕਿ ਉਸਦੇ ਭਰਾ ਰਣਜੀਤ ਸਿੰਘ ਸਿਰਫ ਬੈਂਕ ਲਿਮਟ ਤੇ ਆੜਤੀਆਂ ਤੇ ਹੋਰ ਦੁਕਾਨਦਾਰਾਂ ਸਮੇਤ 80 ਲੱਖ ਰੁਪਏ ਦਾ ਵੱਡਾ ਕਰਜ਼ਾ ਸੀ। ਕਰਜ਼ਾ ਵਾਪਸ ਕਰਨ ਤੋਂ ਅਸਮਰੱਥ ਸੀ, ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ, ਇਸ ਕਰਕੇ ਜਾਨ ਹੀ ਦੇ ਦਿੱਤੀ। ਬਰਨਾਲਾ ਤੋਂ ਖਬਰ ਹੈ ਜਿੱਥੇ ਥਾਣਾ ਟੱਲੇਵਾਲ ਅਧੀਨ ਪੈਂਦੇ ਪਿੰਡ ਗਹਿਲ ਦੇ ਵਿੱਚ ਐਤਵਾਰ ਤੜਕੇ ਜਵਾਈ ਨੇ ਆਪਣੀ ਸੱਸ ਦਾ ਹੀ ਚਾਕੂ ਮਾਰ ਕੇ ਕਤਲ ਕਰ ਦਿੱਤਾ। ਇੱਕ ਹੋਰ ਔਰਤ ਵੀ ਗੰਭੀਰ ਜ਼ਖਮੀ ਹੋ ਗਈ। ਦਰਅਸਲ ਦੋਸ਼ੀ ਦਾ ਮ੍ਰਿਤਕ ਔਰਤ ਦੀ ਧੀ ਦੇ ਨਾਲ 10 ਸਾਲ ਪਹਿਲਾਂ ਵਿਆਹ ਹੋਇਆ ਸੀ। ਘਰੇਲੂ ਕਲੇਸ਼ ਹੋਣ ਕਰਕੇ ਤਲਾਕ ਹੋ ਗਿਆ ਸੀ। ਲੜਕੀ ਦਾ ਪਰਿਵਾਰ ਨੇ ਅੱਗੇ ਹਿੰਮਤਪੁਰਾ ਪਿੰਡ ਵਿੱਚ ਵਿਆਹ ਕਰ ਦਿੱਤਾ ਸੀ। ਇਸੇ ਰੰਜਿਸ਼ ਕਰਕੇ ਦੋਸ਼ੀ ਜਗਰੂਪ ਸਿੰਘ 2 ਦਿਨ ਪਹਿਲਾਂ ਹੀ ਪਿੰਡ ਗਹਿਲ ਦੇ ਵਿੱਚ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਧਮਕੀਆਂ ਦੇ ਕੇ ਗਿਆ ਸੀ। ਥਾਣਾ ਟੱਲੇਵਾਲ ਨੂੰ ਪਰਿਵਾਰ ਨੇ ਸ਼ਿਕਾਇਤ ਵੀ ਕਰ ਦਿੱਤੀ ਸੀ ਪਰ ਮੁੜ ਤੋਂ ਐਤਵਾਰ ਨੂੰ ਉਹ ਘਰੇ ਆਇਆ, ਆਪਣੇ ਜਿਹੜੇ ਪੁਰਾਣੇ ਸਹੁਰਿਆਂ ਦੇ ਘਰੇ ਆਇਆ ਅਤੇ ਚਾਕੂ ਮਾਰ ਕੇ ਆਪਣੀ ਸੱਸ ਦਾ ਹੀ ਕਤਲ ਕਰ ਦਿੱਤਾ। ਬਚਾਉਣ ਆਈ ਗੁਆਂਢਣ ਦੇ ਵੀ ਮੁਲਜ਼ਮ ਨੇ ਚਾਕੂ ਮਾਰ ਦਿੱਤੇ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਕਾਸ਼ੀ ਦੇ ਵਿੱਚੋਂ ਡਿੱਗੇ ਨਗ ਦੇ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਪਸ਼ਟੀਕਰਨ ਦਿੱਤਾ ਹੈ। ਹਰਿਮੰਦਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਅਤੇ ਵਧੀਕ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਨਗ ਗਾਇਬ ਹੋਣ ਬਾਰੇ ਕੀਤਾ ਜਾ ਰਿਹਾ ਪ੍ਰਚਾਰ ਬਿਲਕੁਲ ਝੂਠਾ ਹੈ, ਸੱਚਾਈ ਤੋਂ ਦੂਰ ਹੈ, ਕਿਉਂਕਿ ਨਗ ਬਿਲਕੁਲ ਸੁਰੱਖਿਅਤ ਹੈ। ਉਹਨਾਂ ਨੇ ਕਿਹਾ ਕਿ 6 ਅਪ੍ਰੈਲ ਦੀ ਰਾਤ ਨੂੰ ਧੁਆਈ ਵੇਲੇ ਨਗ ਡਿੱਗ ਪਿਆ ਸੀ, ਜਿਸ ਨੂੰ ਡਿਊਟੀ ਤੇ ਹਾਜ਼ਰ ਫਰਾਸ ਨੇ ਸਾਂਭ ਕੇ ਰੱਖ ਲਿਆ ਸੀ ਤੇ ਮੀਨਾਕਾਰੀ ਦੀ ਸੇਵਾ ਜਦੋਂ ਹੋਏਗੀ ਤਾਂ ਨਗ ਨੂੰ ਮੁੜ ਤੋਂ ਲਾਇਆ ਜਾਵੇਗਾ। ਉਹਨਾਂ ਦੱਸਿਆ ਕਿ ਨਕਾਸ਼ੀ ਦੇ ਇਸ ਨਗ ਨੂੰ ਪਹਿਲਾਂ ਪਰਦੁਮਨ ਸਿੰਘ ਜਿਊਲਰਸ ਫਰਮ ਦੇ ਕੋਲੋਂ ਚੈੱਕ ਕਰਵਾਇਆ ਗਿਆ ਤੇ ਫਿਰ ਇੰਡੀਅਨ ਜੈਮ ਸਟੋਨ ਲੈਬ ਤੋਂ ਵੀ ਟੈਸਟ ਕਰਵਾਇਆ ਗਿਆ ਤੇ ਇਹਨਾਂ ਦੀਆਂ ਰਿਪੋਰਟਾਂ ਮੁਤਾਬਿਕ ਭਾਵੇਂ ਇਹ ਨਗ ਆਮ ਨਗ ਹੈ, ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗਿਆ ਹੋਣ ਕਰਕੇ ਇਹ ਸਿੱਖ ਵਿਰਾਸਤ ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਨਗ ਨੂੰ ਟੈਸਟ ਕਰਵਾਉਣ ਦਾ ਮਕਸਦ ਇਹੀ ਸੀ ਕਿ ਇਸ ਨਗ ਨੂੰ ਕਿਸ ਖਾਤੇ ਦੇ ਵਿੱਚ ਜਮ੍ਹਾਂ ਕੀਤਾ ਜਾਵੇ, ਕਿਉਂਕਿ ਜੇ ਇਹ ਨਗ ਹੀਰਾ ਪੰਨਾ ਜਾਂ ਹੋਰ ਕੋਈ ਕੀਮਤੀ ਨਗ ਹੁੰਦਾ ਤਾਂ ਉਸ ਨੂੰ ਇਸ ਖਾਤੇ ਵਿੱਚ ਜਮ੍ਹਾਂ ਕੀਤਾ ਜਾਣਾ ਸੀ ਜਿੱਥੇ ਸੋਨੇ ਦੇ ਗਹਿਣੇ ਆਦਿ ਸੁਰੱਖਿਅਤ ਰੱਖੇ ਜਾਂਦੇ ਨੇ। ਐਸਜੀਪੀਸੀ ਨੇ ਸਪਸ਼ਟ ਕੀਤਾ ਹੈ ਕਿ ਪਰਦੁਮਨ ਸਿੰਘ ਜਿਊਲਰਸ ਫਰਮ ਨੂੰ ਮਨਜੀਤ ਸਿੰਘ ਚਲਾ ਰਹੇ ਨੇ, ਜਿਹੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੀ ਢਲਾਈ ਦੀ ਸੇਵਾ ਵਿੱਚ ਸਮੇਂ-ਸਮੇਂ ਤੇ ਆਪਣਾ ਵੱਡਾ ਯੋਗਦਾਨ ਪਾਉਂਦੇ ਨੇ। ਕਮੇਟੀ ਨੇ ਸਪਸ਼ਟ ਕਰਦਿਆਂ ਕਿਹਾ ਹੈ ਕਿ ਕਮੇਟੀ ਦੇ ਨਾਲ ਜੁੜੀ ਕਿਸੇ ਵੀ ਗੱਲ ਨੂੰ ਵੱਡਾ ਮੁੱਦਾ ਬਣਾ ਕੇ ਜਾਣਬੁੱਝ ਕੇ ਪੇਸ਼ ਕੀਤਾ ਜਾਂਦਾ ਹੈ, ਜਦਕਿ ਅਜਿਹਾ ਕੁਝ ਵੀ ਨਹੀਂ ਹੈ। ਕਈ ਵਾਰੀ ਸੇਵਾ ਕਰਦੇ ਸਮੇਂ ਨਗ ਉਤਰ ਜਾਂਦੇ ਨੇ ਤੇ ਮੁੜ ਤੋਂ ਉਸੇ ਥਾਂ ਤੇ ਕਾਰ ਸੇਵਾ ਕਰਕੇ ਲਾ ਦਿੱਤੇ ਜਾਂਦੇ ਨੇ। ਉਹਨਾਂ ਸੰਗਤਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਐਸਜੀਪੀਸੀ ਵਿਰੁੱਧ ਕੀਤੇ ਜਾ ਰਹੇ ਗੁੰਮਰਾਹ ਕਰਨ ਵਾਲੇ ਪ੍ਰਚਾਰ ਤੋਂ ਸੰਗਤਾਂ ਸੁਚੇਤ ਰਹਿਣ। ਦਰਅਸਲ ਸੁਨਿਆਰੇ ਪਰਦੁਮਨ ਸਿੰਘ ਦਾ ਇੱਕ ਲੈਟਰ ਪੈਡ ਵਾਇਰਲ ਹੋਇਆ ਸੀ, ਜਿਸ ਤੋਂ ਬਾਅਦ ਇਹ ਖਬਰਾਂ ਚੱਲੀਆਂ ਸੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਨਕਾਸ਼ੀ ਦੌਰਾਨ ਕੁਝ ਬੇਸ਼ਕੀਮਤੀ ਨਗ ਗਾਇਬ ਤਾਂ ਨਹੀਂ ਹੋ ਗਏ ਤੇ ਇਸ ਲੈਟਰ ਪੈਡ ਤੇ ਲਿਖਿਆ ਹੋਇਆ ਸੀ ਮੈਨੇਜਰ ਸਾਹਿਬ ਨੂੰ ਸੰਬੋਧਨ ਕਰਕੇ ਕਿ ਜਿਹੜੇ ਹਰਿਮੰਦਰ ਸਾਹਿਬ ਜੀ ਵਿਖੇ ਮੀਨਾਕਾਰੀ ਦੇ ਵਿੱਚ ਸਟੋਨ ਲੱਗੇ ਹੋਏ ਨੇ ਉਹ ਨਾ ਤਾਂ ਡਾਇਮੰਡ ਨੇ ਨਾ ਹੀ ਕੋਈ ਸੁੱਚੇ ਮਹਿੰਗੇ ਸਟੋਨ ਨੇ, ਇਹ ਸਿਰਫ ਮੀਨਾਕਾਰੀ ਨੂੰ ਚਮਕ ਦੇਣ ਵਾਸਤੇ ਆਮ ਸਟੋਨ ਨੇ। ਇਹਨਾਂ ਨੂੰ ਚੈੱਕ ਕੀਤਾ ਗਿਆ ਹੈ ਤੇ 7 ਤਰੀਕ ਜਿਹੜੀ ਹੈ 7 ਅਪ੍ਰੈਲ ਦੀ ਤਰੀਕ ਵੀ ਲਿਖੀ ਹੋਈ ਹੈ ਤੇ ਮਨਜੀਤ ਸਿੰਘ ਦੇ ਸਿਗਨੇਚਰ ਇਸ ਤੇ ਕੀਤੇ ਹੋਏ ਨੇ, ਜਿਸ ਤੋਂ ਬਾਅਦ ਇਹ ਖਬਰਾਂ ਛਪੀਆਂ ਸੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬੇਸ਼ਕੀਮਤੀ ਨਗ ਗਾਇਬ ਤਾਂ ਨਹੀਂ ਕਰ ਦਿੱਤੇ ਗਏ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹਨਾਂ ਸਾਰੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਹੈ। ਅਗਲੀ ਖਬਰ ਪੀਟੀਸੀ ਮਿਸ ਪੰਜਾਬਣ ਵਿਵਾਦ ਦੇ ਨਾਲ ਜੁੜੀ ਹੋਈ ਖਬਰ ਹੈ। ਇਸ ਮਸਲੇ ਦੇ ਵਿੱਚ ਪੀਟੀਸੀ ਚੈਨਲ ਨੇ ਹੁਣ ਦੂਸਰੀ ਸੀਸੀਟੀਵੀ ਫੁਟੇਜ ਨਸ਼ਰ ਕੀਤੀ ਹੈ। ਪੀਟੀਸੀ ਅਦਾਰੇ ਦੇ ਵੱਲੋਂ ਇਲਜ਼ਾਮ ਲਾਏ ਜਾ ਰਹੇ ਨੇ ਕਿ ਪੰਜਾਬ ਪੁਲਿਸ ਸਹੀ ਤੇ ਨਿਰਪੱਖ ਜਾਂਚ ਨਹੀਂ ਕਰ ਰਹੀ। ਪੀਟੀਸੀ ਚੈਨਲ ਦੇ ਸੈਕਸ ਸਕੈਂਡਲ ਦੇ ਵਿੱਚ ਸ਼ਾਮਿਲ ਹੋਣ ਕਰਕੇ ਲਾਏ ਗਏ ਇਲਜ਼ਾਮਾਂ ਨੂੰ ਬੇਬੁਨਿਆਦ ਸਾਬਤ ਕਰਦੀਆਂ ਨਵੀਆਂ ਸੀਸੀਟੀਵੀ ਤਸਵੀਰਾਂ ਹੁਣ ਚੈਨਲ ਨੇ ਨਸ਼ਰ ਕੀਤੀਆਂ ਨੇ। ਚੈਨਲ ਨੇ ਲਗਾਤਾਰ ਪੁਲਿਸ ਦੇ ਵੱਲੋਂ ਜਾਂਚ ਵਿੱਚ ਸਬੂਤਾਂ ਨੂੰ ਅਣਗੌਲਿਆ ਕਰਨ ਦਾ ਦੋਸ਼ ਲਾਇਆ ਹੈ। 12 ਮਾਰਚ ਤੋਂ ਲੈ ਕੇ 14 ਮਾਰਚ ਤੱਕ ਮਿਸ ਪੰਜਾਬਣ ਮੁਕਾਬਲੇ ਵਿੱਚ ਸ਼ਾਮਿਲ ਹੋਈ ਇੱਕ ਲਾਅ ਦੀ ਵਿਦਿਆਰਥਣ ਮਿਸ ਪੰਜਾਬਣ ਦੇ ਮੁਕਾਬਲੇ ਲਈ ਪੀਟੀਸੀ ਦੇ ਦਫ਼ਤਰ ਦੇ ਵਿੱਚ ਅਭਿਆਸ ਕਰਦੀ ਹੋਈ ਨਜ਼ਰ ਆ ਰਹੀ ਹੈ। ਇਹ ਤਾਜ਼ਾ ਤਸਵੀਰਾਂ ਪੀਟੀਸੀ ਅਦਾਰੇ ਨੇ ਨਸ਼ਰ ਕੀਤੀਆਂ ਨੇ। ਅਦਾਰੇ ਨੇ ਦੱਸਿਆ ਕਿ ਤਸਵੀਰਾਂ 14 ਮਾਰਚ ਦੀਆਂ ਨੇ, ਜਦੋਂ ਪੀੜਤ ਦੇ ਪਿਤਾ ਵੱਲੋਂ ਪੀਟੀਸੀ ਤੇ ਇਲਜ਼ਾਮ ਲਾਏ ਗਏ ਸੀ ਕਿ ਪੀਟੀਸੀ ਅਦਾਰੇ ਦੇ ਪ੍ਰਬੰਧਕਾਂ ਦੇ ਵੱਲੋਂ ਨੌਜਵਾਨ ਕੁੜੀਆਂ ਦਾ ਜਿਨਸੀ ਸ਼ੋਸ਼ਣ ਕੀਤਾ ਜਾਂਦਾ ਹੈ। ਅਦਾਰੇ ਦਾ ਇਲਜ਼ਾਮ ਹੈ ਕਿ ਪੁਲਿਸ ਦੇ ਵੱਲੋਂ ਧੱਕੇਸ਼ਾਹੀ ਦੇ ਨਾਲ ਉਹਨਾਂ ਦੇ ਐਮਡੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ ਉਹ ਜਾਂਚ ਦੇ ਵਿੱਚ ਸਹਿਯੋਗ ਕਰ ਰਹੇ ਸਨ। ਉਹਨਾਂ ਨੇ ਸਾਰੀ ਸੀਸੀਟੀਵੀ ਫੁਟੇਜ ਵੀ ਸੌਂਪੀ ਹੈ। ਕੁਝ ਖਾਸ ਖਬਰਾਂ ਤੁਹਾਨੂੰ ਪੂਰੇ ਭਾਰਤ ਅਤੇ ਪੂਰੀ ਦੁਨੀਆ ਤੋਂ ਵੀ ਦੱਸ ਦਿੰਦੇ ਹਾਂ। ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਕਾਂਗਰਸ ਆਪਣੇ ਕੰਮ ਨਾਲ ਕੰਮ ਰੱਖੇ, ਆਪਣੇ ਬਾਰੇ ਚਿੰਤਾ ਕਰੇ। ਦਰਅਸਲ ਰਾਹੁਲ ਗਾਂਧੀ ਨੇ ਇੱਕ ਦਿਨ ਪਹਿਲਾਂ ਦਾਅਵਾ ਕੀਤਾ ਸੀ ਕਿ ਯੂਪੀ ਵਿੱਚ ਚੋਣਾਂ ਦੌਰਾਨ ਕਾਂਗਰਸ ਨੇ ਬਸਪਾ ਦੇ ਨਾਲ ਗੱਠਜੋੜ ਕਰਨ ਤੇ ਮਾਇਆਵਤੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦੀ ਪੇਸ਼ਕਸ਼ ਕੀਤੀ ਸੀ, ਪਰ ਬਸਪਾ ਸੁਪਰੀਮੋ ਨੇ ਕੋਈ ਜਵਾਬ ਨਹੀਂ ਦਿੱਤਾ। ਜਦਕਿ ਮਾਇਆਵਤੀ ਨੇ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਦਾਅਵਿਆਂ ਨੂੰ ਝੂਠਾ ਦੱਸਿਆ। ਕਿਹਾ ਕਿ ਦਾਅਵੇ ਸਾਡੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਰਾਹੁਲ ਗਾਂਧੀ ਨੇ ਜੋ ਕਿਹਾ ਉਹ ਬਿਲਕੁਲ ਝੂਠ ਹੈ ਤੇ ਕਾਂਗਰਸ ਨੂੰ ਅਜਿਹੀਆਂ ਟਿੱਪਣੀਆਂ ਕਰਨ ਤੋਂ ਪਹਿਲਾਂ 100 ਵਾਰੀ ਸੋਚਣਾ ਚਾਹੀਦਾ ਹੈ ਤੇ ਕਾਂਗਰਸ ਨੂੰ ਬਸਪਾ ਤੇ ਨਿਸ਼ਾਨੇ ਲਾਉਣ ਦੀ ਬਜਾਏ ਆਪਣਾ ਘਰ ਠੀਕ ਕਰਨਾ ਚਾਹੀਦਾ ਹੈ। ਅਗਲੀ ਖਬਰ ਹਿਮਾਚਲ ਪ੍ਰਦੇਸ਼ ਦੀ ਸਿਆਸਤ ਦੇ ਨਾਲ ਜੁੜੀ ਹੋਈ ਹੈ। ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਹਿਮਾਚਲ ਪ੍ਰਦੇਸ਼ ਵਿੱਚ ਲੀਡਰਸ਼ਿਪ ਬਦਲਣ ਦੀਆਂ ਸਾਰੀਆਂ ਸੰਭਾਵਨਾਵਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਸਪਸ਼ਟ ਕੀਤਾ ਹੈ ਕਿ ਪਾਰਟੀ ਸੂਬੇ ਦੇ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਅਗਵਾਈ ਦੇ ਵਿੱਚ ਹੀ ਲੜੇਗੀ। ਹਾਲਾਂਕਿ ਉਹਨਾਂ ਨੇ ਕੁਝ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟਣ ਦਾ ਸੰਕੇਤ ਜ਼ਰੂਰ ਦਿੱਤਾ ਹੈ। ਪਾਕਿਸਤਾਨ ਦੇ ਵੱਡੇ ਸਿਆਸੀ ਬਦਲਾਅ ਦੇ ਨਾਲ ਜੁੜੀ ਹੋਈ ਖਬਰ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਬੇਭਰੋਸਗੀ ਮਤੇ ਰਾਹੀਂ ਸੱਤਾ ਤੋਂ ਲਾਂਭੇ ਕਰਨ ਤੋਂ ਬਾਅਦ ਐਤਵਾਰ ਤੜਕੇ ਨੈਸ਼ਨਲ ਅਸੈਂਬਲੀ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਤੇ
ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਲਈ ਸਦਨ ਦੀ ਅਗਲੀ ਬੈਠਕ ਸੋਮਵਾਰ ਯਾਨੀ 11 ਅਪ੍ਰੈਲ ਨੂੰ ਬਾਅਦ ਦੁਪਹਿਰ 2 ਵਜੇ ਸ਼ੁਰੂ ਹੋਏਗੀ। ਨੈਸ਼ਨਲ ਅਸੈਂਬਲੀ ਦੇ ਸਹਿਮ ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਅਯਾਜ਼ ਸਾਦਿਕ ਨੇ ਕਿਹਾ ਕਿ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਲਈ ਨਾਮਜ਼ਦਗੀ ਪੱਤਰ ਐਤਵਾਰ ਨੂੰ ਬਾਅਦ ਦੁਪਹਿਰ 2 ਵਜੇ ਤੱਕ ਦਾਖਲ ਕੀਤੇ ਜਾਣੇ ਸੀ, ਪਰ ਬਾਅਦ ਵਿੱਚ ਇਸ ਸਮਾਂ ਸ਼ਾਮ 4 ਵਜੇ ਤੱਕ ਵਧਾ ਦਿੱਤਾ ਗਿਆ। ਦੇਸ਼ ਵਿੱਚ ਚਰਚਾ ਚੱਲ ਰਹੀ ਹੈ ਕਿ ਸ਼ਾਹਬਾਜ਼ ਸ਼ਰੀਫ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਅਤੇ ਪੀਪੀਪੀ ਲੀਡਰ ਬਿਲਾਵਲ ਭੁੱਟੋ ਵਿਦੇਸ਼ ਮੰਤਰੀ ਬਣ ਸਕਦੇ ਨੇ। ਇਸ ਦੇ ਦਰਮਿਆਨ ਇਮਰਾਨ ਖਾਨ ਨੇ ਕਿਹਾ ਕਿ ਪਾਕਿਸਤਾਨ ਦੇ ਵਿੱਚ ਅੱਜ ਤੋਂ ਸੱਤਾ ਬਦਲਾਅ ਦੇ ਲਈ ਵਿਦੇਸ਼ੀ ਸਾਜ਼ਿਸ਼ ਦੇ ਖਿਲਾਫ ਆਜ਼ਾਦੀ ਦਾ ਸੰਘਰਸ਼ ਸ਼ੁਰੂ ਹੋ ਰਿਹਾ ਹੈ। ਇਮਰਾਨ ਖਾਨ ਵਾਰੀ-ਵਾਰੀ ਇਹੀ ਬਿਆਨ ਦੇ ਰਹੇ ਨੇ ਕਿ ਸਾਡੀ ਸਰਕਾਰ ਡੇਗਨ ਦੇ ਵਿੱਚ ਵਿਦੇਸ਼ੀ ਸਾਜ਼ਿਸ਼ ਹੈ। ਇਮਰਾਨ ਖਾਨ ਨੇ ਟਵੀਟ ਕੀਤਾ ਕਿ ਪਾਕਿਸਤਾਨ 1947 ਵਿੱਚ ਆਜ਼ਾਦ ਮੁਲਕ ਬਣਿਆ, ਪਰ ਸੱਤਾ ਵਿੱਚ ਬਦਲਾਅ ਦੀ ਵਿਦੇਸ਼ੀ ਸਾਜ਼ਿਸ਼ ਦੇ ਖਿਲਾਫ ਅੱਜ ਮੁੜ ਤੋਂ ਆਜ਼ਾਦੀ ਦਾ ਘੋਲ ਸ਼ੁਰੂ ਹੋ ਰਿਹਾ ਹੈ। ਹਮੇਸ਼ਾ ਤੋਂ ਦੇਸ਼ ਦੇ ਲੋਕਾਂ ਨੇ ਆਪਣੀ ਪ੍ਰਭੂਸੱਤਾ ਤੇ ਲੋਕਤੰਤਰ ਦੀ ਰਾਖੀ ਕੀਤੀ ਹੈ ਤੇ ਵੱਡੇ ਸਿਆਸੀ ਘਟਨਾਕ੍ਰਮ ਦੇ ਦਰਮਿਆਨ ਪਾਕਿਸਤਾਨ ਦੇ ਵਿੱਚ ਸੰਯੁਕਤ ਵਿਰੋਧੀ ਧਿਰ ਨੇ ਸਦਨ ਦੇ ਨਵੇਂ ਆਗੂ ਸੰਬੰਧੀ ਇੱਕ ਬੈਠਕ ਵੀ ਕੀਤੀ। ਬੈਠਕ ਦੀ ਪ੍ਰਧਾਨਗੀ ਵਿਰੋਧੀ ਧਿਰ ਦੇ ਲੀਡਰ ਸ਼ਾਹਬਾਜ਼ ਸ਼ਰੀਫ ਨੇ ਹੀ ਕੀਤੀ। ਇਮਰਾਨ ਖਾਨ ਨੇ ਵੀ ਪੀਟੀਆਈ ਕੋਰ ਕਮੇਟੀ ਦੀ ਬੈਠਕ ਬੁਲਾਈ, ਜਿਸ ਵਿੱਚ ਪੰਜਾਬ ਦੇ ਰਾਜਪਾਲ ਉਮਰ ਸਰਫਰਾਜ਼ ਚੀਮਾ ਅਤੇ ਕਾਰਜਕਾਰੀ ਮੁੱਖ ਮੰਤਰੀ ਉਸਮਾਨ ਬਜ਼ਦਾਰ ਨੂੰ ਸੱਦਿਆ ਗਿਆ ਤੇ ਇਮਰਾਨ ਖਾਨ ਦੇ ਖਿਲਾਫ ਨੈਸ਼ਨਲ ਅਸੈਂਬਲੀ ਦੇ ਵਿੱਚ ਬੇਭਰੋਸਗੀ ਦਾ ਮਤਾ ਪਾਸ ਹੋਣ ਤੋਂ ਬਾਅਦ ਉਹਨਾਂ ਦੀ ਪਾਰਟੀ ਪੀਟੀਆਈ ਨੇ ਦੇਸ਼ ਭਰ ਵਿੱਚ ਸ਼ਾਂਤਮਈ ਪ੍ਰਦਰਸ਼ਨਾਂ ਦਾ ਸੱਦਾ ਦਿੱਤਾ। ਟਵਿੱਟਰ ਤੇ ਜਾਰੀ ਇੱਕ ਸੁਨੇਹੇ ਦੇ ਮੁਤਾਬਿਕ ਸ਼ਹਿਰਾਂ ਤੇ ਕਸਬਿਆਂ ਦੇ ਵਿੱਚ ਪ੍ਰਦਰਸ਼ਨ ਅਤੇ ਰੈਲੀਆਂ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ। ਕਰਾਚੀ ਦੇ ਰਾਸ਼ਿਦ ਮਨਹਾਸ ਰੋਡ ਅਤੇ ਲਾਹੌਰ ਦੇ ਲਿਬਰਟੀ ਚੌਂਕ ਤੇ ਵੀ ਪ੍ਰਦਰਸ਼ਨਾਂ ਦੀ ਜਾਣਕਾਰੀ ਦਿੱਤੀ ਗਈ। ਰਾਜਧਾਨੀ ਇਸਲਾਮਾਬਾਦ ਵਿੱਚ 0 ਪੁਆਇੰਟ ਤੋਂ ਲੈ ਕੇ ਡੀ ਚੌਂਕ ਤੱਕ ਰੈਲੀ ਕੱਢੇ ਜਾਣ ਦੀ ਇਸ ਦੇ ਵਿੱਚ ਜਾਣਕਾਰੀ ਦਿੱਤੀ ਗਈ। ਕੁਝ ਅਪਡੇਟਸ ਤੁਹਾਨੂੰ ਰੂਸ ਤੇ ਯੂਕਰੇਨ ਯੁੱਧ ਦੇ ਨਾਲ ਜੁੜੀਆਂ ਦੱਸ ਦਿੰਦੇ ਹਾਂ, ਜਿੱਥੇ ਜੰਗ ਲਗਾਤਾਰ ਜਾਰੀ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨੇ ਦੇਰ ਰਾਤ ਮੁਲਕ ਨੂੰ ਕੀਤੇ ਸੰਬੋਧਨ ਦੇ ਵਿੱਚ ਕਿਹਾ ਕਿ ਰੂਸ ਦੇ ਹਮਲੇ ਦਾ ਨਿਸ਼ਾਨਾ ਕੱਲਾ ਯੂਕਰੇਨ ਨਹੀਂ ਬਲਕਿ ਪੂਰਾ ਯੂਰਪ ਹੈ। ਜ਼ੈਲੈਂਸਕੀ ਨੇ ਦੁਨੀਆ ਨੂੰ ਰੂਸ ਦੇ ਊਰਜਾ ਉਤਪਾਦਾਂ ਤੇ ਮੁਕੰਮਲ ਰੋਕ ਲਾਉਣ ਦੀ ਅਪੀਲ ਕੀਤੀ ਅਤੇ ਆਪਣੇ ਲਈ ਹੋਰ ਹਥਿਆਰ ਮੰਗੇ ਨੇ। ਉਹਨਾਂ ਕਿਹਾ ਕਿ ਯੂਕਰੇਨ ਸਖਤ ਮੁਕਾਬਲੇ ਦੇ ਲਈ ਤਿਆਰ ਹੈ। ਜ਼ੈਲੈਂਸਕੀ ਨੇ ਜਰਮਨੀ ਦੇ ਚਾਂਸਲਰ ਓਲਫ ਸ਼ੋਲਜ਼ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਅਤੇ ਰੂਸ ਵਿਰੋਧੀ ਹੋਰ ਸੰਭਾਵੀ ਪਾਬੰਦੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਚੱਲ ਰਹੇ ਯੁੱਧ ਦਰਮਿਆਨ ਪੋਪ ਫ੍ਰਾਂਸਿਸ ਨੇ ਈਸਟਰ ਦੇ ਮੱਦੇਨਜ਼ਰ ਯੁੱਧਬੰਦੀ ਕਰਨ ਦੀ ਅਪੀਲ ਕੀਤੀ। ਬਰਤਾਨੀਆ ਦੇ ਮਿਲਟਰੀ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਰੂਸ ਰੰਗਰੂਟਾਂ ਦੀ ਭਰਤੀ ਕਰ ਰਿਹਾ ਹੈ। ਇਸੇ ਦਰਮਿਆਨ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨੂੰ ਕੀਵ ਦੇ ਦੌਰੇ ਦੌਰਾਨ 120 ਬਖਤਰਬੰਦ ਵਾਹਨਾਂ ਦੇ ਨਾਲ ਨਵੀਂ ਐਂਟੀਸ਼ਿਪ ਮਿਜ਼ਾਈਲ ਪ੍ਰਣਾਲੀਆਂ ਦੇਣ ਦਾ ਵਾਅਦਾ ਵੀ ਕੀਤਾ ਹੈ। ਉਧਰ ਯੂਰਪੀਅਨ ਯੂਨੀਅਨ ਨੇ ਯੂਕਰੇਨ ਦੀ ਰਾਜਧਾਨੀ ਕੀਵ ਦੇ ਵਿੱਚ ਆਪਣਾ ਦੂਤਾਵਾਸ ਮੁੜ ਤੋਂ ਖੋਲ ਦਿੱਤਾ ਹੈ। ਪਹਿਲਾਂ ਇਸ ਨੂੰ ਰੂਸ ਦੇ ਹਮਲੇ ਕਾਰਨ ਪੋਲੈਂਡ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ। ਪਾਕਿਸਤਾਨ ਤੋਂ ਇੱਕ ਹੋਰ ਖਬਰ ਤੁਹਾਨੂੰ ਦੱਸ ਦਿੰਦੇ ਹਾਂ। ਪ੍ਰਮੁੱਖ ਜਾਂਚ ਏਜੰਸੀ FIA ਨੇ ਇੱਥੇ ਇਮਰਾਨ ਖਾਨ ਦੇ ਸ਼ਾਸਨ ਨਾਲ ਜੁੜੇ ਕਿਸੇ ਵੀ ਸਰਕਾਰੀ ਅਧਿਕਾਰੀ ਨੂੰ ਬਿਨਾਂ ਇਤਰਾਜ਼ ਵਿਦੇਸ਼ ਯਾਤਰਾ ਕਰਨ ਤੋਂ ਰੋਕਣ ਦੇ ਨਿਰਦੇਸ਼ ਨਾਲ ਸਾਰੇ ਕੌਮਾਂਤਰੀ ਹਵਾਈ ਅੱਡਿਆਂ ਤੇ ਆਪਣੇ ਇਮੀਗ੍ਰੇਸ਼ਨ ਸਟਾਫ ਨੂੰ ਹਾਈ ਅਲਰਟ ਤੇ ਕਰ ਦਿੱਤਾ ਹੈ। ਡੌਨ ਨਿਊਜ਼ ਦੀ ਰਿਪੋਰਟ ਦੇ ਮੁਤਾਬਿਕ ਇਹ ਕਦਮ ਸੰਸਦ ਦੇ ਹੇਠਲੇ ਸਦਨ ਦੇ ਵਿੱਚ ਬੇਭਰੋਸਗੀ ਮਤੇ ਦੇ ਨਾਲ ਇਮਰਾਨ ਖਾਨ ਦੀ ਸਰਕਾਰ ਨੂੰ ਡੇਗਣ ਤੋਂ ਕੁਝ ਘੰਟਿਆਂ ਬਾਅਦ ਲਿਆ ਗਿਆ। ਰਿਪੋਰਟ ਵਿੱਚ ਕਿਹਾ ਗਿਆ ਕਿ ਹਵਾਈ ਅੱਡਾ ਸੁਰੱਖਿਆ ਬਲ ਨੂੰ ਹਾਈ ਅਲਰਟ ਤੇ ਰੱਖਿਆ ਗਿਆ। ਵਿਦੇਸ਼ ਜਾਣ ਵਾਲੇ ਯਾਤਰੀਆਂ ਦੀ ਜਾਂਚ ਵਧਾ ਦਿੱਤੀ ਗਈ ਹੈ। ਆਸਟ੍ਰੇਲੀਆ ਦੀ ਸਿਆਸਤ ਦੇ ਨਾਲ ਜੁੜੀ ਵੱਡੀ ਖਬਰ ਇਹ ਹੈ ਕਿ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਆਉਂਦੀ ਮਈ ਦੇ ਵਿੱਚ ਇੱਥੇ ਚੋਣਾਂ ਕਰਵਾਉਣ ਦਾ ਸੱਦਾ ਦਿੱਤਾ ਹੈ। ਇਹ ਚੋਣਾਂ ਚੀਨ ਦੀ ਆਰਥਿਕ ਤਾਕਤ, ਜਲਵਾਯੂ ਤਬਦੀਲੀ ਅਤੇ ਕੋਵਿਡ-19 ਮਹਾਮਾਰੀ ਸਮੇਤ ਹੋਰ ਕਈ ਮੁੱਦਿਆਂ ਤੇ ਲੜੀਆਂ ਜਾਣਗੀਆਂ। ਮੋਰਿਸਨ ਨੇ ਗਵਰਨਰ ਜਨਰਲ ਡੇਵਿਡ ਹਾਰਲੇ, ਆਸਟ੍ਰੇਲੀਆ ਰਾਜ ਦੀ ਮੁਖੀ ਮਹਾਰਾਣੀ ਐਲਿਜ਼ਾਬੈਥ II ਦੇ ਪ੍ਰਤੀਨਿਧੀ ਨੂੰ ਚੋਣ ਦੀ ਮਿਤੀ ਨਿਰਧਾਰਿਤ ਕਰਨ ਦੀ ਸਿਫਾਰਿਸ਼ ਕੀਤੀ। ਉਮੀਦ ਕੀਤੀ ਜਾ ਰਹੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਚੋਣਾਂ 14 ਮਈ ਨੂੰ ਜਾਂ ਫਿਰ 21 ਮਈ ਨੂੰ ਹੋਣਗੀਆਂ। ਆਸਟ੍ਰੇਲੀਆ ਦੇ ਵਿੱਚ ਸੱਤਾਧਾਰੀ ਕੰਜ਼ਰਵੇਟਿਵ ਗੱਠਜੋੜ ਚੌਥੀ ਵਾਰੀ 3 ਸਾਲ ਦਾ ਕਾਰਜਕਾਲ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ। ਧੰਨਵਾਦ।